जोरदार ताली नाल प्रभु नूं आदर देवांगे कि उन्होंने सानूं जुबान दित्ती है। हालेलुया। अज बहुत सारे लोग अजे ने दुनिया दे विच जिहड़े कि बोल नहीं सकते। हालेलुया। वो अपने जिहड़े दिल के भाव ने जिहड़े इमोशन ने वो बोल के नहीं दस सकते। हालेलुया। पर आप प्रभु का धन्यवाद करते हैं कि उन्हें आपां जुबान दी। हालेलुया। उन्हें आपां क्या जीभ दी है कि आपां बोल सकीए। हालेलुया। जुबान नाल आपां की करते हैं? बोलो, जुबान नाल की करते हैं? बोलते हैं। हालेलुया। जुबान नाल आपां की करते हैं? बोलते हैं। की बोलते हैं? जुबान नाल आपां की बोलते हैं? आराधना करते हैं, वचन बोलते हैं, झूठ बोलते हैं, सच बोलते हैं, ताना मारते हैं, चुगली करते हैं, बकवास करते हैं, पाप करते हैं। ये सब कुछ आप एक जुबान दे नाल करते हैं। हालेलुया। 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 सब तो पहले आप वचन दे विचों पढ़ांगे याकूब, मेरे नाल पढ़िए याकूब 3 अध्याय ਉਹਦੀ 10 ਹੈ। याकूब 3 अध्याय ਉਹਦੀ 10 ਹੈ। ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿਕਲਦੀ ਹੈ। ਇਹ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ ਹਨ। ਭਲਾ ਸੋਮੇ ਦੇ ਇੱਕੋ ਮੂੰਹ ਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਵੀ ਨਿਕਲਦਾ ਹੈ। ਇਹ ਮੇਰੇ ਭਰਾਵੋ, ਇਹ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਜੋ ਅੰਜੀਰ ਦੇ ਬੂਟੇ ਨੂੰ ਜੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਅੰਜੀਰ ਲੱਗੇ? ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਹੈ। ਹਾਲੇਲੂਇਆ। ਹਾਲੇਲੂਇਆ। ਆਪਾਂ ਕੀ ਪੜਿਆ? ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਟਕਾਰ ਨਿਕਲਦੀ ਹੈ। ਹਾਲੇਲੂਇਆ। ਇੱਕੋ ਮੂੰਹ ਦੇ ਵਿੱਚੋਂ, ਮੂੰਹ ਤਾਂ ਇੱਕੋ ਹੀ ਆ, ਜ਼ੁਬਾਨ ਵੀ ਇੱਕੋ ਹੀ ਆ। ਹਾਲੇਲੂਇਆ। ਉਹਦੇ ਵਿੱਚੋਂ ਬਰਕਤ ਵੀ ਨਿਕਲਦੀ ਹੈ ਤੇ ਫਟਕਾਰ ਵੀ ਨਿਕਲਦੀ ਆ। ਹਾਲੇਲੂਇਆ। ਪਰ ਇਹ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਹਾਲੇਲੂਇਆ। ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਡਾ ਇੱਕ ਮੂੰਹ ਆ, ਇਹਦੇ ਵਿੱਚੋਂ ਤੁਸੀਂ ਜਾਂ ਤਾਂ ਬਰਕਤ ਕੱਢ ਸਕਦੇ ਹੋ ਜਾਂ ਫਟਕਾਰ। ਹਾਲੇਲੂਇਆ। ਜਾਂ ਤੁਸੀਂ ਬਰਕਤ ਦੇ ਸਕਦੇ ਹੋ ਜਾਂ ਤੁਸੀਂ ਸ਼ਰਾਪ ਦੇ ਸਕਦੇ ਹੋ। ਹਾਲੇਲੂਇਆ। ਜੇ ਤੁਸੀਂ ਇਸ ਜ਼ੁਬਾਨ ਦੇ ਨਾਲ ਹਰ ਇੱਕ ਨੂੰ ਬਰਕਤ ਦਿੰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਬਰਕਤ ਦੇਣਗੇ। ਹਾਲੇਲੂਇਆ। ਹਾਲੇਲੂਇਆ। ਪਰ ਜਦੋਂ ਅਸੀਂ ਕਈ ਵਾਰ ਜਿਹੜੀ ਸਾਡੀ ਜ਼ੁਬਾਨ ਆ ਇਹ ਕੀ ਆ, ਸਾਡੇ ਲਈ ਜੀਵਨ ਨੂੰ ਵੀ ਪੈਦਾ ਕਰਦੀ ਹੈ ਤੇ ਮੌਤ ਨੂੰ ਵੀ। ਹਾਲੇਲੂਇਆ। ਕਿਉਂਕਿ ਜੀਵ ਦਾ ਜਿਹੜਾ ਫਲ ਆ ਉਹ ਜੀਵਨ ਵੀ ਹੈ ਤੇ ਮੌਤ ਵੀ ਆ। ਵਚਨ ਦੇ ਵਿੱਚ ਆਪਾਂ ਕਈ ਅੰਤਾਂ 'ਚ ਪੜ੍ਹੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਸ਼ਾਇਦ ਤੁਹਾਨੂੰ ਪਤਾ ਚੱਲੇ ਕਿ ਪਰਮੇਸ਼ਰ ਨੇ ਤੁਹਾਨੂੰ ਜ਼ੁਬਾਨ ਕਿਉਂ ਦਿੱਤੀ ਆ। ਹਾਲੇਲੂਇਆ। ਕਿ ਪਰਮੇਸ਼ਰ ਨੇ ਤੁਹਾਨੂੰ ਕਿਹੜੇ ਮਕਸਦ ਲਈ ਜ਼ੁਬਾਨ ਦਿੱਤੀ ਆ। ਹਾਲੇਲੂਇਆ। ਕਿ ਤੁਸੀਂ ਕੀ ਬੋਲਣਾ ਹੈ। ਹਾਲੇਲੂਇਆ। ਆਪਾਂ ਪੜਾਂਗੇ ਲੂਕਾ 6 ਅਧਿਆਏ ਉਹਦੀ 45। ਲੂਕਾ ਦੀ ਅੰਜੀਲ 6 ਅਧਿਆਏ ਉਹਦੀ 45 ਹੈ। ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ। ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹਦੇ ਮੂੰਹ ਤੇ ਉਹ ਆਉਂਦਾ ਹੈ। ਆਮੀਨ। ਹਾਲੇਲੂਇਆ। ਪ੍ਰਭੂ ਦੇ ਵਚਨ 'ਚ ਕੀ ਲਿਖਿਆ ਕਿ ਚੰਗਾ ਆਦਮੀ ਆਪਣੇ ਮਨ ਦੇ ਖਜ਼ਾਨੇ ਦੇ ਵਿੱਚੋਂ ਚੰਗੀਆਂ ਗੱਲਾਂ ਨੂੰ ਕੱਢਦਾ ਹੈ, ਪਰ ਜਿਹੜਾ ਬੁਰਾ ਆਦਮੀ ਆ ਉਹ ਆਪਣੇ ਮਨ ਦੇ ਬੁਰੇ ਖਜ਼ਾਨੇ ਦੇ ਵਿੱਚੋਂ ਹਮੇਸ਼ਾ ਬੁਰੀਆਂ ਗੱਲਾਂ ਹੀ ਕੱਢਦਾ ਹੈ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਜਿਹੜਾ ਇਨਸਾਨ ਦੇ ਮਨ ਦੇ ਵਿੱਚ ਆ ਉਹਦੇ ਮੂੰਹ ਤੇ ਆਉਂਦਾ ਹੈ। ਹਾਲੇਲੂਇਆ। ਸਾਨੂੰ ਪਰਮੇਸ਼ਰ ਦੇ ਵਚਨ ਤੋਂ ਕੀ ਸਿੱਖਣ ਨੂੰ ਮਿਲਦਾ ਕਿ ਜਿਹੜਾ ਸਾਡੇ ਮਨ ਦੇ ਵਿੱਚ ਵੀ ਇੱਕ ਖਜ਼ਾਨਾ ਗਾ। ਹਾਲੇਲੂਇਆ। ਅਸੀਂ ਵੀ ਬਹੁਤ ਅਮੀਰ ਹਾਂ। ਹਾਲੇਲੂਇਆ। ਸਾਡੇ ਮਨ ਦੇ ਵਿੱਚ ਇੱਕ ਖਜ਼ਾਨਾ ਗਾ ਜਿਹਦੇ ਵਿੱਚੋਂ ਅਸੀਂ ਕੁਝ ਕੱਢ ਸਕਦੇ ਹਾਂ। ਹਾਲੇਲੂਇਆ। ਜੇ ਅਸੀਂ ਉਹਦੇ ਵਿੱਚੋਂ ਚੰਗਾ ਕੱਢ ਰਹੇ ਹਾਂ ਤਾਂ ਅਸੀਂ ਚੰਗੇ ਇਨਸਾਨ ਹਾਂ। ਹਾਲੇਲੂਇਆ। ਜੇ ਅਸੀਂ ਉਹਦੇ ਵਿੱਚੋਂ ਮਾੜਾ ਕੱਢ ਰਹੇ ਹਾਂ ਤਾਂ ਸਾਡਾ ਇੱਕ ਮੀਨਸ ਕਿ ਜਿਹੜਾ ਸਾਡਾ ਖਜ਼ਾਨਾ ਗਾ ਉਹ ਮਾੜੀਆਂ ਗੱਲਾਂ ਦੇ ਨਾਲ ਕਿਉਂ ਭਰਿਆ ਹੋਇਆ। ਹਾਲੇਲੂਇਆ।
ਜੇ ਅੱਜ ਵੀ ਤੁਹਾਡੇ ਮੂੰਹ ਦੇ ਵਿੱਚੋਂ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦਾਂ ਦੇ ਕਾਰਨ ਕਿਸੇ ਦੇ ਦਿਲ ਤੇ ਸੱਟ ਵੱਜਦੀ ਆ, ਇਟ ਮੀਨਸ ਕਿ ਜਿਹੜਾ ਤੁਹਾਡਾ ਖਜ਼ਾਨਾ ਗਾ ਉਹ ਬੁਰੀਆਂ ਗੱਲਾਂ ਦੇ ਨਾਲ ਕੀ ਆ ਭਰਿਆ ਹੋਇਆਗਾ। ਹਾਲੇਲੂਇਆ। ਤੁਹਾਡੀ ਜ਼ੁਬਾਨ ਆ ਉਹਦੇ ਉੱਤੇ ਪ੍ਰਭੂ ਦਾ ਪਹਿਰਾ ਨਹੀਂ ਹੈਗਾ। ਹਾਲੇਲੂਇਆ, ਹਾਲੇਲੂਇਆ। ਜ਼ਬੂਰ 12 ਅਧਿਆਇ ਦੇ ਵਿੱਚ ਲਿਖਿਆ ਕਿ ਲੋਕ ਸੋਚਦੇ ਨੇ ਕਿ ਅਸੀਂ ਆਪਣੀਆਂ ਜੀਭਾਂ ਦੇ ਨਾਲ ਜਿੱਤ ਜਾਵਾਂਗੇ। ਹਾਲੇਲੂਇਆ। ਲੋਕ ਕੀ ਸੋਚਦੇ ਨੇ? ਅਸੀਂ ਆਪਣੀ ਜ਼ੁਬਾਨ ਦੇ ਨਾਲ ਜਿੱਤ ਜਾਵਾਂਗੇ, ਪਰ ਜਿੱਤ ਦੇਣ ਵਾਲਾ ਪਰਮੇਸ਼ਰ ਆ। ਹਾਲੇਲੂਇਆ। ਤੁਸੀਂ ਆਪਣੀ ਜ਼ੁਬਾਨ ਦੇ ਨਾਲ ਕਦੇ ਵੀ ਜਿੱਤ ਨਹੀਂ ਸਕਦੇ, ਆਪਣੀ ਜੀਭ ਦੇ ਨਾਲ ਕਦੇ ਜਿੱਤ ਨਹੀਂ ਸਕਦੇ ਜਿੰਨਾ ਟਾਈਮ ਤੱਕ ਪਰਮੇਸ਼ਰ ਤੁਹਾਡੇ ਲਈ ਹੁਕਮ ਨਾ ਕਰੇ, ਤੁਹਾਡੀ ਫਤਿਹ ਦਾ ਹੁਕਮ ਨਾ ਕਰੇ। ਹਾਲੇਲੂਇਆ। ਇਸ ਵਚਨ 'ਚ ਲਿਖਿਆ ਕਿ ਤੁਸੀਂ ਆਪਣੇ ਬੁਰੇ ਖਜ਼ਾਨੇ ਦੇ ਵਿੱਚੋਂ ਬੁਰੀਆਂ ਗੱਲਾਂ ਵੀ ਕੱਢ ਸਕਦੇ ਹੋ, ਚੰਗੇ ਖਜ਼ਾਨੇ ਦੇ ਵਿੱਚੋਂ ਚੰਗੀਆਂ ਗੱਲਾਂ ਵੀ ਕੱਢ ਸਕਦੇ ਹੋ। ਹਾਲੇਲੂਇਆ, ਹਾਲੇਲੂਇਆ। ਅਫੀਸੀਆਂ 4 ਅਧਿਆਇ ਦੀ 29 ਆਇਤ ਪੜਾਂਗੇ। ਅਫੀਸੀਆਂ 4 ਅਧਿਆਇ ਉਹਦੀ 29 ਆਇਤ। 4 ਅਧਿਆਇ ਉਹਦੀ 29 ਆਇਤ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ, ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ, ਪਰ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਆਮੀਨ, ਹਾਲੇਲੂਇਆ। ਕੋਈ ਗੰਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ, ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ, ਪਰ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਹਾਲੇਲੂਇਆ। ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋ, ਆਪਣੇ ਕੰਮਕਾਰ ਦੇ ਉੱਤੇ ਰਹਿੰਦੇ ਹੋ, ਕਿਤੇ ਵੀ ਰਹਿੰਦੇ ਹੋ, ਤੁਹਾਡੇ ਮੂੰਹ ਦੇ ਵਿੱਚੋਂ ਕੀ ਆ ਉਹ ਗੱਲ ਨਿਕਲੇ ਜੋ ਕਿ ਜਿਹੜਾ ਤੁਹਾਨੂੰ ਸੁਣ ਰਿਹਾ, ਤੁਹਾਡੀ ਗੱਲ ਨੂੰ ਸੁਣ ਰਿਹਾ, ਉਹਦੇ ਉੱਤੇ ਵੀ ਕੀ ਆ ਕਿਰਪਾ ਹੋਵੇ। ਹਾਲੇਲੂਇਆ। ਉਹਦੇ ਲਈ ਕੀ ਆ ਉੱਨਤੀ ਲਈ ਹੋਵੇ। ਅੱਜ ਬਹੁਤ ਸਾਰੇ ਲੋਕ ਅਜਿਹੇ ਨੇ ਕਿ ਦੂਜੇ ਦੀ ਉੱਨਤੀ ਦਾ ਉਹ ਦੇਖ ਨਹੀਂ ਸਕਦੇ। ਹਾਲੇਲੂਇਆ। ਉਹ ਦੂਜੇ ਦੇ ਲਈ ਚੰਗਾ ਵੀ ਨਹੀਂ ਬੋਲ ਸਕਦੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਯਾਦ ਰੱਖੋ, ਅੱਜ ਤੁਹਾਡੀਆਂ ਗੱਲਾਂ ਦੇ ਨਾਲ ਕਿਸੇ ਨੂੰ ਠੇਸ ਲੱਗ ਰਹੀ ਆ ਤਾਂ ਉਹ ਕਿਸੇ ਇਨਸਾਨ ਨੂੰ ਨਹੀਂ ਲੱਗ ਰਹੀ, ਉਹ ਪਰਮੇਸ਼ਰ ਨੂੰ ਲੱਗ ਰਹੀ ਆ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਬਣਾਇਆ, ਤੁਹਾਨੂੰ ਰਚਿਆ, ਤੁਹਾਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ। ਪ੍ਰਭੂ ਨੇ ਕੀ ਤੁਹਾਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ। ਪ੍ਰਭੂ ਚਾਹੁੰਦਾ ਕਿ ਤੁਸੀਂ ਮੇਰੇ ਜਿਹੇ ਬਣੋ। ਹਾਲੇਲੂਇਆ। ਪ੍ਰਭੂ ਦੁਨੀਆ ਦੇ ਵਿੱਚ ਰਹੇ, ਪ੍ਰਭੂ ਨੇ ਇੰਨੇ ਪਾਪੀ ਲੋਕਾਂ ਨੂੰ ਦੇਖਿਆ ਪਰ ਕਦੇ ਕਿਸੇ ਨੂੰ ਪਾਪੀ ਨਹੀਂ ਕਿਹਾ। ਹਾਲੇਲੂਇਆ। ਉਹਨਾਂ ਨੇ ਹਮੇਸ਼ਾ ਹਰ ਇੱਕ ਨੂੰ ਕਿਹਾ ਤੇਰੇ ਪਾਪ ਮਾਫ ਹੋਏ। ਹਾਲੇਲੂਇਆ। ਪ੍ਰਭੂ ਨੇ ਨਹੀਂ ਕਿਹਾ ਕਿ ਤੂੰ ਪਾਪੀ ਆ। ਹਾਲੇਲੂਇਆ। ਪ੍ਰਭੂ ਨੇ ਕੀ ਕਿਹਾ? ਤੇਰੇ ਪਾਪ ਕੀ ਆ ਮਾਫ ਹੋਏ। ਤੁਹਾਡੀ ਬੋਲੀ ਵੀ ਅਜਿਹੀ ਹੋਣੀ ਚਾਹੀਦੀ ਆ ਕਿ ਤੁਸੀਂ ਕਿਸੇ ਨੂੰ ਦੋਸ਼ੀ ਨਾ ਠਹਿਰਾਓ, ਬਲਕਿ ਉਹਦੇ ਦੋਸ਼ਾਂ ਨੂੰ ਢੱਕ ਲਵੋ। ਹਾਲੇਲੂਇਆ, ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਿਸੇ ਦੀ ਗੱਲ ਅਗਰ ਪਤਾ ਚੱਲ ਜੇ ਉਹ ਪੂਰੇ ਸ਼ਹਿਰ ਨੂੰ ਪਤਾ ਚੱਲ ਜਾਂਦੀ। ਹਾਲੇਲੂਇਆ। ਅੱਜ ਕਈ ਵਾਰ ਲੋਕ ਨੂੰ ਆਪਾਂ ਸੁਣਦੇ ਆ ਵੀ ਇਹਦੇ ਕੋਲ ਗੱਲ ਨਾ ਕਰੀ, ਜੇ ਤੂੰ ਇਹਦੇ ਕੋਲ ਗੱਲ ਕਰਦੀ ਨਾ ਪੂਰੇ ਸ਼ਹਿਰ ਦੇ ਵਿੱਚ ਗੱਲ ਫੈਲ ਜੂਗੀ ਵੀ ਇਹ ਗੱਲ ਐਵੇਂ ਆ। ਹਾਲੇਲੂਇਆ। ਪਰ ਕਈ ਲੋਕ ਅਜਿਹੇ ਹੁੰਦੇ ਨੇ, ਉਹਨਾਂ ਦੇ ਕੋਲ ਇੰਨੀ ਕਲਾ ਹੁੰਦੀ ਆ ਕਿ ਉਹਨਾਂ ਨੂੰ ਲੋਕਾਂ ਦੇ ਪਾਪਾਂ ਦਾ ਪਤਾ, ਹਰੇਕ ਗੱਲ ਦਾ ਪਤਾ। ਹਾਲੇਲੂਇਆ। ਉਹਨਾਂ ਕੋਲ ਪਰਖਣ ਦਾ ਆਤਮਾ, ਫਿਰ ਵੀ ਉਹ ਚੁੱਪ ਨੇ। ਹਾਲੇਲੂਇਆ। ਇਹ ਕੀ ਆ? ਪਰਮੇਸ਼ਰ ਦੇ ਵੱਲੋਂ ਇੱਕ ਬਲੈਸਿੰਗ। ਹਾਲੇਲੂਇਆ। ਪਰਮੇਸ਼ਰ, ਅੱਜ ਆਪਾਂ ਗੀਤ ਕੀ ਗਾ ਰਹੇ ਸੀ ਕਿ ਆ ਤੂੰ ਚੁੱਪ ਰਹਿ, ਤੇਰੀ ਲੜਾਈ ਕੀ ਆ ਪਰਮੇਸ਼ਰ ਲੜੇਗਾ। ਹਾਲੇਲੂਇਆ। ਆਪਾਂ ਨੇ ਕਿ ਜਦੋਂ ਲੋੜ ਪਵੇ ਉਦੋਂ ਬੋਲੋ। ਹਾਲੇਲੂਇਆ। ਅਸੀਂ ਜ਼ੁਬਾਨ ਦੇ ਨਾਲ ਕਿੰਨਾ ਕੁਝ ਕਰਦੇ ਆ, ਇਹੀ ਜ਼ੁਬਾਨ ਦੇ ਨਾਲ ਅਸੀਂ ਆਰਾਧਨਾ ਕਰਦੇ ਆ, ਇਹੀ ਜ਼ੁਬਾਨ ਦੇ ਨਾਲ ਅਸੀਂ ਕਿਸੇ ਨੂੰ ਤਾਨਾ ਮਾਰਦੇ ਆ। ਹਾਲੇਲੂਇਆ। ਪਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਅਜਿਹਾ ਨਹੀਂ ਹੋਣਾ ਚਾਹੀਦਾ, ਅਜਿਹਾ ਨਹੀਂ ਹੋਣਾ ਚਾਹੀਦਾ। ਪਹਿਲਾ ਪਤਰਸ 3 ਅਧਿਆਇ ਦੀ 9 ਆਇਤ ਪੜਾਂਗੇ। ਪਹਿਲਾ ਪਤਰਸ 3 ਅਧਿਆਇ ਉਹਦੀ 9 ਆਇਤ। ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਸਗੋਂ ਉਲਟੇ ਆਸ਼ੀਸ਼ ਦਿਓ, ਕਿਉਂ ਜੋ ਤੁਸੀਂ ਇਸੇ ਦੇ ਲਈ ਸੱਦੇ ਗਏ ਤਾਂ ਜੋ ਆਸ਼ੀਸ਼ ਦੇ ਅਧਿਕਾਰੀ ਹੋਵੋ। ਆਮੀਨ, ਹਾਲੇਲੂਇਆ। ਲੋਕ ਕਹਿੰਦੇ ਸਾਨੂੰ ਆਸ਼ੀਸ਼ ਮਿਲੇ। ਹਾਲੇਲੂਇਆ। ਸਾਨੂੰ ਬਰਕਤ ਮਿਲੇ, ਸਾਨੂੰ ਬਰਕਤ ਮਿਲੇ। ਪਰ ਜਦੋਂ ਤੁਸੀਂ ਬਰਕਤ ਨੂੰ ਬੀਜੋਗੇ ਤਦ ਹੀ ਤੁਸੀਂ ਬਰਕਤ ਨੂੰ ਵੱਢੋਗੇ। ਹਾਲੇਲੂਇਆ। ਕਿੰਨੇ ਜਣ ਸਮਝ ਰਹੇ? ਹਾਲੇਲੂਇਆ। ਜਦੋਂ ਬਰਕਤ ਨੂੰ ਬੀਜੋਗੇ ਫੇਰ ਹੀ ਬਰਕਤ ਨੂੰ ਵੱਢੋਗੇ ਵੀ। ਹਾਲੇਲੂਇਆ। ਜਦੋਂ ਬਰਕਤ ਨੂੰ ਬੀਜਣਾ ਹੀ ਨਹੀਂ ਆ ਫਿਰ ਤੁਸੀਂ ਬਰਕਤ ਨੂੰ ਕਿਵੇਂ ਵੱਢੋਗੇ? ਵਚਨ 'ਚ ਲਿਖਿਆ ਬੁਰਾਈ ਦੇ ਬਦਲੇ ਬੁਰਾਈ ਨਾ ਕਰੋ।
गाल के बदले गाल ना कड्डो। हालेलुया। आज इतने लड़ाई हो जाए, कोई किसी ने कुछ कह दे, लोग बढ़ चढ़ के किया योगदान पाते हैं भी असं वध तो वध की किसी को कहिए। हालेलुया। सानू मौका मिले भी असं लड़ाई के वध तो वध योगदान पाइए आपका। हालेलुया। पर परमेश्वर का वचन की कहता, तुसी गाल के बदले गाल भी ना कड्डो। कितना औखा काम। हालेलुया। जो तुसी आशीष लैनी आ, बरकत लैनी आ, जो तुसी सोच रहे हो कि असं आने वाले समय में बरकत को लईए, पर बुराई के बदले बुराई ना करो। हालेलुया। गाला ना कड्डो। हालेलुया। चुगली ना करो। ये सब तुसी जुबान दे नाल करदे हो। वचन च लिखिया एक मुंह दे नाल बरकत ते फटकार नहीं हो सकदियां। जां तुसी बरकत दे सकदे हो, जां तुसी फटकार दे सकदे हो। वचन विच यूसुफ होया, अस्तर होई, अयूब होया, इन्हां दे नाम क्यों फेमस ने? हालेलुया। क्योंकि इन्हां दी जिहड़ी जुबान सीगी वो किसी शुद्ध सीगी। हालेलुया। अयूब ने जदों दी पत्नी ने कहा हुण तां शरीर भी नहीं रहा तेरा, जदों परमेश्वर दे कोल शैतान आया, कहना तेरा बंदा अयूब इन्ना धर्मी मनुखा भी वह लालच करके तेन मनदा गा भी वो तू सब कुछ दिता गा, बाड़ ला के रखी दूतां दी, सब कुछ वो है तां तेन मनदा गा, वो सब कुछ परा कर तेन फटकार देगा। परमेश्वर कहता जा कर ला, ट्राई कर ला कोशिश, मैं वो सब कुछ लै लैना भी वो मैनू फटकारूगा नहीं। परमेश्वर ने सब कुछ वो आले दुआलों परा करता, वो बच्चे मर गए, वो डंगर पशु मर गए, वो पत्नी उन्होंने छड्ड के चली गई, सब कुछ हो गया, फिर भी परमेश्वर को नहीं फटकार रहा। हालेलुया। फिर शैतान परमेश्वर के कोल आंदा, कहना तू तो इहदा बस भी डंगर पशु ही लिते ने, बच्चे ही मारे ने, भी इहदे शरीर को भी हुण किया मेरे हवाले कर दे, भी इहदे शरीर ते भी हुण किया मेरा हक कर दे, फिर तेनू फटकार देगा। पर जिहड़ा अयूब सीगा वो किया मरण की हालत दे उत्ते सीगा, ਉਹਦੇ ਉੱਤੇ ਇੰਨੀ ਜ਼ਿਆਦਾ ਕੀ ਉਹਦਾ ਸ਼ਰੀਰ ਕੀ ਆ ਇੰਨਾ ਜ਼ਿਆਦਾ ਕੀ ਆ ਦੁਰਬਲ ਹੋ ਗਿਆ, ਉਹਨੂੰ ਕੀ ਮੌਤ ਵੀ ਨਸੀਬ ਨਹੀਂ ਹੋ ਰਹੀ ਸੀ। ਹਾਲੇਲੂਇਆ। ਫਿਰ ਵੀ ਕੀ ਆ ਪਰਮੇਸ਼ਰ ਨੂੰ ਫਟਕਾਰ ਨਹੀਂ ਰਿਹਾ। ਉਹਦੇ ਦੋਸਤ ਉਹਨੂੰ ਕਹਿਣ ਲੱਗੇ, ਜਿਹੜੇ ਉਹਦੇ ਦੋਸਤ ਸੀਗੇ ਅਲੀਫਜ਼ ਸੋਪਰ, ਉਹਨੂੰ ਕਹਿਣ ਲੱਗੇ, ਬਿਲਦਦ, ਤਿੰਨੋਂ ਦੇ ਦੋਸਤ ਸੀਗੇ, ਉਹਨੂੰ ਕਹਿਣ ਲੱਗੇ ਕਹਿੰਦੇ ਵੀ ਪਰਮੇਸ਼ਰ ਦਾ ਕਿਸੇ ਨੂੰ ਬਿਨਾਂ ਪਾਪ ਤੋਂ ਸਜ਼ਾ ਨਹੀਂ ਦਿੰਦਾ, ਵੀ ਤੂੰ ਕੋਈ ਨਾ ਕੋਈ ਬੁੱਝਾ ਪਾਪ ਕੀਤਾ ਜਿਹੜੇ ਤੈਨੂੰ ਸਜ਼ਾ ਮਿਲ ਰਹੀ ਆ। ਹਾਲੇਲੂਇਆ। फिर भी किया परमेश्वर को नहीं कोसदा। हालेलुया। उसकी पत्नी उन्होंने कहती है फटकार दे, फिर भी परमेश्वर को नहीं फटकारदा, अपने किया दुख के उत्ते किया बैठा रहता, परमेश्वर को किया आशीष दिंदे। हालेलुया। दोबारा उन्होंने किया डबल बरकत दिंदे। हालेलुया। अस्तर सीगी जदों उन्हें पता लगा कि मेरी जी कौम आ, मेरी जी यहूदी कौम आ, राजा उन्होंने मारन वाला गा, हमान ने राजे को भड़का दिता भी हुण की आ यहूदियों को की करना, खत्म करना। अस्तर की आ जदों उहदे जिहड़ा उहनूं पाल रहा सीगा उन्हें सुनेहा भेजता भी तू हुण राणी है, इस राजे की राणी है, तैनूं राजा सब तो वध प्यार करता है, भी तू कुछ कर। हालेलुया। उस जगह ते राणी जिहड़ी अस्तर सीगी उहने की कीता। हालेलुया। उस जगह ते की दिन सीगे भी कोई राजे दे जिहड़े दरबार दे विच बिना पुछे नहीं जा सकदा सी। हालेलुया। पर जिहड़ी जदों राणी नूं पता लग्या, अस्तर नूं पता चलिया भी की आ जिहड़ी भी मेरी जिहड़ी कौम आ भी हुण खतरे दे विच आ, भी मैनूं सुनेहा मिल चुकिया, तो उहने की कीता राजे दे सामने कोई नहीं जाके बुड़बड़ाई। हालेलुया। भी तू की कर रहा गा। हालेलुया। उहने की कीता अपने जिहड़े पिछे सीगे उहनां नूं कहा भी तुसीं वर्त रखो 3 दिन दा। हालेलुया। 3 दिन का की रखो? वर्त रखो। परमेश्वर को कहो, किसी इंसान को नहीं कहना, परमेश्वर को बोलो कि परमेश्वर सारी जंग अगे होके लड़े। हालेलुया। फिर जदों राजे के दरबार के विच गई, उन्हें की कीता तां जदों उन्हें प्लान बनाया भी मैं इस तरह राजे को गल कहनी। हालेलुया। उन्हें की सीधा जुबान दे नाल जाके नहीं कहा। हालेलुया। अज लोगों को की मंगण का नहीं पता कि असीं किस तरह मंगना। हालेलुया। जिस तरह आप देखिया किसी को कोई अन्नी औरत सीगी, ਉਹਦੇ ਕੋਲੇ ना तो गरीब सीगी, ना ਉਹਦੇ ਕੋਲੇ कोई ना ਉਹਦੇ कोई पुत्र सीगा, ना ਉਹਦੇ ਕੋਲ ਅੱਖਾਂ ਸੀ, ਅੰਨੀ ਸੀ, ਉਹਨੇ ਪਰਮੇਸ਼ਰ ਤੋਂ ਕਿੰਨੇ ਹਿਸਾਬ ਦੇ ਨਾਲ ਮੰਗਿਆ। ਹਾਲੇਲੂਇਆ। ਕਿ ਮੈਨੂੰ ਸੋਨੇ ਦੇ ਪਲੂੰਗੜੇ ਦੇ ਵਿੱਚ ਮੈਂ ਚਾਹੁੰਦੀ ਆ ਵੀ ਮੇਰਾ ਜਿਹੜਾ ਪੋਤਾ ਗਾ ਉਹ ਮੈਂ ਖੇਡਦੇ ਹੋਏ ਦੇਖ ਸਕਾਂ। ਹਾਲੇਲੂਇਆ। ਕਿਵੇਂ ਲਿਆਕਤ ਦੇ ਨਾਲ ਉਹਨੇ ਪਰਮੇਸ਼ਰ ਤੋਂ ਮੰਗਿਆ, ਕਿਵੇਂ ਲਿਆਕਤ ਦੇ ਨਾਲ ਆਪਣੀ ਜ਼ੁਬਾਨ ਨੂੰ ਯੂਜ਼ ਕੀਤਾ। ਹਾਲੇਲੂਇਆ। इस तरह जी अस्तर सी उन्हें भी किया बड़े लियाकत नाल अपनी जुबान को किया वरत्या। हालेलुया। तो जी सारी कौम आ किया बचाई गई। हालेलुया। उसकी सूरत भी सोहनी सी ते उसकी जुबान भी किसी सोहनी सी। हालेलुया। जो तुहाडी जुबान सोहनी होवेगी हर एक जन तुहानूं प्यार करूगा। हालेलुया। जो तुहाडी जुबान ही हरेक नूं
नहीं करेगा, परमेश्वर भी तुहानू पिकअप जिहड़ा प्यारा नहीं करेगा। हालेलुया। प्रभु के वचन च लिखिया कि जिस दिन न्याय होना उदों बहुत सारे लोगों ने कहना भी प्रभु मैं तो बहुत तेरे नाम दे विच भूतां कढियां ने। हालेलुया। पर परमेश्वर ने कहना मेरे तो दूर हो जाओ, मैं तुहानू नहीं जानता। हालेलुया। जिन्हां दी भूतां तुसीं कढियां ਉਹ ਤੁਹਾਨੂੰ शायद ਜਾਣਦੇ ਨੇ। ਹਾਲੇਲੂਇਆ। ਜਿਨ੍ਹਾਂ ਦੇ ਸਾਹਮਣੇ ਤੁਸੀਂ ਆਰਾਧਨਾ ਕੀਤੀ ਆ ਉਹ ਸ਼ਾਇਦ ਤੁਹਾਨੂੰ ਜਾਣਦੇ ਨੇ। ਹਾਲੇਲੂਇਆ। ਪਰ ਮੈਂ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਨੂੰ ਕਦੇ ਨਹੀਂ ਦੇਖਿਆ। ਹਾਲੇਲੂਇਆ। ਇਸ ਜਗ੍ਹਾ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਇੱਕ ਜ਼ੁਬਾਨ ਦੇ ਨਾਲ ਪਰਮੇਸ਼ਰ ਦਾ ਇਕਰਾਰ ਕਰਦੇ ਹੋ ਤੇ ਇੱਕ ਜ਼ੁਬਾਨ ਦੇ ਨਾਲ ਤੁਸੀਂ ਇਨਸਾਨ ਦਾ ਇਨਕਾਰ ਕਰਦੇ ਹੋ। ਹਾਲੇਲੂਇਆ। ਕੋਈ ਵੀ ਇਨਸਾਨ ਜਿੰਨਾ ਵੀ ਮਾੜਾ ਹੋਵੇ, ਜਿੰਨਾ ਵੀ ਉਹ ਪਾਪ ਦੇ ਵਿੱਚ ਹੋਵੇ, ਉਹਦੇ ਲਈ ਕਦੇ ਵੀ ਗਲਤ ਨਾ ਬੀਜੋ। ਜੇ ਤੁਸੀਂ ਬੀਜ ਰਹੇ ਹੋ, ਤੁਸੀਂ ਸੋਚ ਰਹੇ ਹੋ, ਤੁਸੀਂ ਖੁਦ ਪਾਪ ਦੇ ਵਿੱਚ ਹੋ। ਹਾਲੇਲੂਇਆ। ਪਹਿਲਾਂ ਚੈੱਕ ਯੂਰਸੈਲਫ ਕਿ ਤੁਸੀਂ ਕਿੰਨਾ ਕੁ ਪਰਮੇਸ਼ਰ ਦੇ ਵਿੱਚ ਹੋ। ਹਾਲੇਲੂਇਆ। ਕਿੰਨਾ ਤੁਸੀਂ ਪਰਮੇਸ਼ਰ ਦੀ ਮਹਿਮਾ ਕਰਦੇ ਹੋ। ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕਿਸੇ ਦੀ ਜ਼ਿੰਦਗੀ ਦਾ ਨਿਆਂ ਕਰੀਏ। ਹਾਲੇਲੂਇਆ। ਕਿਸੇ ਦੀ ਜ਼ਿੰਦਗੀ ਦੇ ਬਾਰੇ ਬੋਲੀਏ, ਇਹ ਸਿਰਫ ਪਰਮੇਸ਼ਰ ਦਾ ਹੱਕ ਆ। ਹਾਲੇਲੂਇਆ। ਉਹਨੇ ਸਾਨੂੰ ਇੱਕ ਦਿਨ ਨਿਆਂ ਕਰਨ ਦੇ ਲਈ ਬਿਠਾਉਣਾਗਾ, ਉਹਨੇ ਸਾਨੂੰ 12 ਬੋਤਾਂ ਦਾ ਨਿਆਂ ਕਰਨ ਲਈ ਬਿਠਾਉਣਾ, ਉਦੋਂ ਸਾਨੂੰ ਹੱਕ ਦਊਗਾ ਕਿ ਤੁਸੀਂ ਇਹਨਾਂ ਦਾ ਨਿਆਂ ਕਰੋ। ਹਾਲੇਲੂਇਆ। ਪਰ ਹਜੇ ਅਸੀਂ ਕਿਸੇ ਦਾ ਨਿਆਂ ਕਰਨ ਦੇ ਕਾਬਿਲ ਨਹੀਂ ਆ। ਹਾਲੇਲੂਇਆ। ਹਾਲੇਲੂਇਆ। ਕਹਾਵਤਾਂ 10 ਅਧਿਆਇ ਦੇ 20 ਅਧ ਪੜਾਂਗੇ। ਕਹਾਵਤਾਂ 10 ਅਧਿਆਇ ਉਹਦੀ 20 ਅਧ। हालेलुया। धर्मी की रसना खरी चांदी है। रसना की होती है जुबान। हालेलुया। रसना की होती है जुबान। धर्मी की रसना खरी चांदी है, दुष्ट का मन किया तुच्छ है। हालेलुया। जिहड़ी धर्मी की जुबान आ वो हमेशा खरी चांदी की तरह, जिहड़ी खरी चांदी होती है वो भट्ठी दे विच ताई होती है। हालेलुया। इस तरह जिहड़ी धर्मी की जुबान आ, कई बार असी किसी को बोलना चाहते हैं पर असी क्या अपने आप को रोक लैंदे। हालेलुया। असी अपने उत्ते दुख झल लैंदे पर असी किसी को दुख दे विच नहीं देख सकते, तो असी की धर्मी हाँ। हालेलुया। असी की धर्मी हाँ। तो मैं एक एग्जाम्पल दे सकती हाँ भी जो आप खाना बनाने जो आप किसी को खाना सर्व करते हैं अगे तो पहला आप चख के देखते हैं भी खाना किहो जिहा लगू अगले को, है ना, भी खाना अगले को किहो जिहा लगूगा, भी वधिया लगूगा कि नहीं, भी मिर्च वध ना होवे, किते नमक घट ना होवे, नमक ज़्यादा ना होवे। आपां परोसन तो पहला की करते हैं चख के देखते हैं। हालेलुया। चख के देखते हैं सारे। हाँ। तो इस तरह जिहड़े साडे शब्द ने वो भी असीं अगे किसी को परोसते हैं। हालेलुया। असीं अपने शब्द भी की अगे किसी को परोसते हैं, तो पहला उन्हें चख के देख लो कि अगले को किदां दा लगूगा। हालेलुया। भी सामने वाले को जो मैं शब्द उन्हें दे रहा कि उन्हें किस तरह का महसूस होगा। हालेलुया। हालेलुया। जब तुसीं वक्त नमक वाला खाना खुद नहीं खा सकते तो तुसीं अगे किसी को किवें खुआ सकते हो। हालेलुया। जब तुसीं अपने बारे कोई गलत शब्द नहीं सुन सकते तो तुहाडा कोई हक नहीं आ, अपना कोई हक नहीं आ कि आप एक परमेश्वर के द्वारा बनाए गए इंसान के बारे बुरा बोलिए। हालेलुया। 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 पढ़िए कहावतां 31 अध्याय दी 8 है। सानू की बोलना चाहिए, किन्ना दे लई बोलना चाहिए। कहावतां 31 अध्याय दी 8 है। गूंगिਆਂ ਦੇ ਨਿਮਿਤ ਆਪਣਾ ਮੂੰਹ ਖੋਲ ਅਤੇ ਉਹਨਾਂ ਸਭਨਾਂ ਦੇ ਹੱਕ ਲਈ ਜਿਹੜੇ ਚਲਾਣੇ ਦੇਣ ਨੂੰ ਹਨ। हालेलुया। गूंगिਆਂ ਦੇ ਨਿਮਿਤ ਆਪਣੇ ਮੂੰਹ ਨੂੰ ਖੋਲ। हालेलुया। जिन्हां कोल जुबान नहीं आ उन्हां दी जुबान बनो। हालेलुया। जिन्हां कोल जुबान नहीं आ उन्हां दी जुबान बनो तो परमेश्वर तुहाडे जो कि खुश होणगे। हालेलुया। ਜਦੋਂ ਤੁਸੀਂ ਆਪਣੀ ਜ਼ੁਬਾਨ ਦੇ ਨਾਲ ਇਹ ਨਹੀਂ ਕਹਿ ਸਕਦੇ ਸੀ ਕਿ ਮੈਂ ਪਾਪੀ ਹਾਂ। ਹਾਲੇਲੂਇਆ। ਉਦੋਂ ਪਰਮੇਸ਼ਰ ਨੇ ਬਿਨਾਂ ਕਹੇ ਹੀ ਤੁਹਾਡੇ ਮਨ ਨੂੰ ਜਾਣ ਲਿਆ ਕਿ ਇਹ ਇਨਸਾਨ ਪਾਪੀ ਆ। ਹਾਲੇਲੂਇਆ। ਕਿ ਇਹਨੂੰ ਵੀ ਮਾਫੀ ਦੇਣੀ ਆ। ਹਾਲੇਲੂਇਆ। ਬਿਨਾਂ ਤੁਹਾਡੇ ਕਹੇ ਉਹ ਤੁਹਾਡੇ ਲਈ ਸੂਲੀ ਉੱਤੇ ਚੜ ਗਿਆ। ਹਾਲੇਲੂਇਆ। ਇਸੇ ਤਰ੍ਹਾਂ ਤੁਹਾਡਾ ਵੀ ਸੁਭਾਅ ਹੋਵੇ ਜਦੋਂ ਕੋਈ ਇਨਸਾਨ ਗਿਰਾਵਟ ਦੇ ਵਿੱਚ ਆ, ਜਦੋਂ ਕੋਈ ਇਨਸਾਨ ਗਰੀਬੀ ਦੇ ਵਿੱਚ ਆ, ਕੋਈ ਮਰਨ ਦੇ ਕਿਨਾਰੇ ਪਿਆ, ਕਿਸੇ ਕੋਲ ਜ਼ੁਬਾਨ ਨਹੀਂ ਆ, ਤੁਸੀਂ ਉਹਦੀ ਜ਼ੁਬਾਨ ਬਣੋ। ਹਾਲੇਲੂਇਆ। परमेश्वर ਤੁਹਾਨੂੰ ਬਲੈਸ ਕਰਨਗੇ। हालेलुया।
हालेलुया। कहोता 15 अध्याय 23 आए। कहोता 15 अध्याय 23 आए। ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪ੍ਰਸੰਨ ਹੁੰਦਾ ਹੈ ਅਤੇ ਜਿਹੜਾ ਵਚਨ ਵੇਲੇ ਸਿਰਫ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ। हालेलुया। मनुख अपने मुंह के उत्तर तो किया प्रसन्न हुंदा। लोग कहते सानू खुशी मिले, की कहते सानू खुशी मिले। परमेश्वर का वचन की कहता मनुख अपने मुंह के उत्तर तो ही प्रसन्न हुंदा। हालेलुया। जो तुसी बोलते हो ਉਹਦੇ ਦੁਆਰਾ ਹੀ ਤੁਹਾਨੂੰ ਖੁਸ਼ੀ ਮਿਲੇਗੀ। ਹਾਲੇਲੂਇਆ। ਜਦੋਂ ਤੁਸੀਂ ਕਿਸੇ ਦੀ ਬੜਾਈ ਨਹੀਂ ਬੋਲੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਕੀ ਬਹੁਤਾਈ ਦੇ ਵਿੱਚ ਹੋਵੋਗੇ, ਤੁਸੀਂ ਵੀ ਵਾਅਦੇ ਦੇ ਵਿੱਚ ਹੋਵੋਗੇ ਤਾਂ ਤੁਹਾਨੂੰ ਖੁਸ਼ੀ ਮਿਲੂਗੀ। ਹਾਲੇਲੂਇਆ। ਆਪਣੇ ਮੂੰਹ ਦੇ ਉੱਤਰ ਤੋਂ ਤੁਸੀਂ ਕੀ ਪ੍ਰਸੰਨ ਹੋਵੋਗੇ। ਹਾਲੇਲੂਇਆ। ਜਿਹੜਾ ਵਚਨ ਵੇੜੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ। ਹਾਲੇਲੂਇਆ। ਹਮੇਸ਼ਾ ਕੀ ਵੇੜੇ ਸਿਰ ਬੋਲੋ। ਹਾਲੇਲੂਇਆ। ਜੇ ਤੁਸੀਂ ਇੱਕ ਵਿਸ਼ਵਾਸੀ ਹੋ, ਜੇ ਤੁਸੀਂ ਇੱਕ ਧਰਮੀ ਇਨਸਾਨ ਹੋ ਤਾਂ ਜਿਹੜੀ ਤੁਹਾਡੀ ਰਸਨਾ ਗੀ, ਜਿਹੜੀ ਤੁਹਾਡੀ ਜ਼ੁਬਾਨ ਆ ਉਹ ਇੱਕ ਖਰੀ ਚਾਂਦੀ ਦੀ ਤਰ੍ਹਾਂ ਹੋਵੇ। ਜਦੋਂ ਲੋੜ ਆ ਉਦੋਂ ਹੀ ਬੋਲੋ। ਹਾਲੇਲੂਇਆ। ਜਦੋਂ ਲੋੜ ਆ ਉਦੋਂ ਹੀ ਬੋਲੋ। ਵਚਨ 'ਚ ਲਿਖਿਆ ਜਿਹੜੇ ਮਖੌਲੀਏ ਨੇ ਉਹ ਕੀ ਆ, ਬੁਰਾਈ ਦੇ ਵਿੱਚ ਕੀ ਵਾਅਦਾ ਕਰਦੇ ਨੇ। ਬੁਰਾਈ ਦੇ ਵਿੱਚ ਕੀ ਕਰਦੇ ਨੇ? ਵਾਅਦਾ ਕਰਦੇ ਨੇ। ਕਦੇ ਵੀ ਕੀ ਮਖੌਲ ਦੇ ਵਿੱਚ ਕੀ ਗਲਤ ਫਲਤਾ ਨਾਮ ਸ਼ਨਾਮ ਨਾ ਬੋਲੋ। ਹਾਲੇਲੂਇਆ। ਗਾਲਾਂ ਨਾ ਕੱਢੋ, ਕਿਸੇ ਨੂੰ ਤਾਨਾ ਨਾ ਮਾਰੋ, ਕਿਸੇ ਨੂੰ ਟਾਂਟ ਨਾ ਮਾਰੋ। ਹਾਲੇਲੂਇਆ। ਆਪਣੇ ਜੀਵਨ ਦੇ ਉੱਤੇ ਗੌਰ ਕਰੋ। ਇੱਕ ਮੂੰਹ ਦੇ ਵਿੱਚੋਂ ਬਰਕਤ, ਇੱਕ ਮੂੰਹ ਦੇ ਵਿੱਚੋਂ ਆਰਾਧਨਾ ਤੇ ਇੱਕ ਮੂੰਹ ਦੇ ਵਿੱਚੋਂ ਫਟਕਾਰ ਨਹੀਂ ਨਿਕਲ ਸਕਦੀ। ਹਾਲੇਲੂਇਆ। ਹਾਲੇਲੂਇਆ। ਕਹੋਤਾ 11 ਅਧਿਆਇ 13 ਹੈ। ਕਹੋਤਾ 11 ਅਧਿਆਇ 13 ਹੈ। ਬਕਵਾਸੀ ਛਿਪੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ ਪਰ ਮਾਤਵਰ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ। ਹਾਲੇਲੂਇਆ। ਬਕਵਾਸੀ ਕੀ ਕਰਦਾ? ਛਿਪੀਆਂ ਹੋਈਆਂ ਗੱਲਾਂ ਨੂੰ ਵੀ ਕੀ ਕਰਦਾ? ਪ੍ਰਗਟ ਕਰਦਾ। ਪਰ ਮਾਤਵਰ ਰੂਹ ਵਾਲਾ ਕੀ ਕਰਦਾ? ਗੱਲ ਨੂੰ ਲੁਕੋ ਕੇ ਰੱਖਦਾ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕਾਂ ਦੇ ਵਿੱਚ ਅਜਿਹਾ ਫੈਕਟਰ ਆ ਕਿ ਉਹਨਾਂ ਤੋਂ ਗੱਲ ਕੀ ਲੁਕੋਈ ਨਹੀਂ ਜਾਂਦੀ। ਹਾਲੇਲੂਇਆ। ਗੱਲ ਕੀ ਉਹਨਾਂ ਤੋਂ ਲੁਕੋਈ ਨਹੀਂ ਜਾਂਦੀ। ਢਿੱਡ ਦੁੱਖਣ ਲੱਗ ਜਾਂਦਾ ਵੀ ਜੇ ਮੈਨੂੰ ਕੋਈ ਗੱਲ ਪਤਾ ਚੱਲ ਗਈ ਤਾਂ ਮੈਂ ਉਹਨੂੰ ਆਪਣੇ ਮੂੰਹ ਦੇ ਵਿੱਚੋਂ ਕੱਢ ਦੇਵਾਂ। ਹਾਲੇਲੂਇਆ। ਪਰ ਵਚਨ 'ਚ ਲਿਖਿਆ ਜਿਹੜਾ ਗੱਲਾਂ ਨੂੰ ਪ੍ਰਗਟ ਕਰਦਾ ਉਹ ਬਕਵਾਸੀ ਆ। ਹਾਲੇਲੂਇਆ। ਬਕਵਾਸੀ ਕਦੇ ਪਰਮੇਸ਼ਰ ਦੇ ਰਾਜ ਦੇ ਵਿੱਚ ਨਹੀਂ ਵੜਨਗੇ। ਹਾਲੇਲੂਇਆ। ਵਚਨ 'ਚ ਲਿਖਿਆ ਨਾ ਲੋਭੀ, ਨਾ ਹੰਕਾਰੀ, ਨਾ ਜਨਾਨੜੇ, ਨਾ ਲੁਚਪਣਾ ਕਰਨ ਵਾਲੇ, ਨਾ ਗਾਲਾਂ ਕੱਢਣ ਵਾਲੇ ਪਰਮੇਸ਼ਰ ਦੇ ਰਾਜ ਦੇ ਵਿੱਚ ਵੜਨਗੇ। ਗਾਲਾਂ ਕੱਢਣ ਵਾਲਾ ਕੌਣ ਹੁੰਦਾ? ਬਕਵਾਸੀ ਹੁੰਦਾ। ਹਾਲੇਲੂਇਆ। ਜੋ ਕਿ ਬਕਵਾਸ ਕਰਦਾ, ਜਿਹਦਾ ਕੋਈ ਅਰਥ ਨਹੀਂ ਹੁੰਦਾ। ਹਾਲੇਲੂਇਆ। ਬਗਾਨ ਦਾ ਕੋਈ ਅਰਥ ਨਹੀਂ ਹੁੰਦਾ। ਹਾਲੇਲੂਇਆ। ਉਹ ਕੀ ਬਕਵਾਸ ਕਰਦਾ, ਉਹ ਕੀ ਪਰਮੇਸ਼ਰ ਦੇ ਰਾਜ ਦੇ ਵਿੱਚ ਨਹੀਂ ਵੜਨਗੇ। ਹਾਲੇਲੂਇਆ। ਤੁਸੀਂ ਆਪਣੇ ਜੀਵਨ ਦੇ ਵਿੱਚ ਸੋਚੋ ਕਿ ਅਸੀਂ ਆਪਣੀ ਜ਼ੁਬਾਨ ਨੂੰ ਕਿਸ ਤਰ੍ਹਾਂ ਯੂਜ਼ ਕਰ ਰਹੇ ਹਾਂ। ਕਿ ਸਾਡੀ ਜ਼ੁਬਾਨ ਤੋਂ ਹਮੇਸ਼ਾ ਪਰਮੇਸ਼ਰ ਨੂੰ ਮਹਿਮਾ ਮਿਲਦੀ ਆ ਕਿ ਸਾਡੀ ਜ਼ੁਬਾਨ ਤੋਂ ਕੋਈ ਠੋਕਰ ਖਾਂਦਾ। ਹਾਲੇਲੂਇਆ। ਵਚਨ 'ਚ ਲਿਖਿਆ ਜਿਹੜਾ ਠੋਕਰ ਖਾਂਦਾ ਉਹ ਤਾਂ ਬਚ ਜਾਵੇਗਾ, ਪਰ ਹਾਏ ਉਹਦੇ ਉੱਤੇ ਜਿਹੜਾ ਠੋਕਰ ਖਵਾਉਣ ਵਾਲਾ ਵਾ। ਹਾਲੇਲੂਇਆ। ਹਾਲੇਲੂਇਆ। ਕਿ ਤੁਹਾਡੀ ਜ਼ੁਬਾਨ ਤੋਂ ਕੋਈ ਠੋਕਰ ਖਾ ਰਿਹਾ ਵਾ, ਕਿ ਤੁਹਾਡੀ ਜ਼ੁਬਾਨ ਤੋਂ ਕੋਈ ਪਰਮੇਸ਼ਰ ਤੋਂ ਪਿੱਛੇ ਮੁੜ ਰਿਹਾ ਵਾ। ਅੱਜ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਬੋਲਣ ਤੋਂ ਪਹਿਲਾਂ ਸੋਚਦੇ ਨਹੀਂ ਅਸੀਂ ਕੀ ਬੋਲਣਾਗਾ, ਬਾਅਦ ਦੇ ਵਿੱਚ ਕੀ ਆ ਪਛਤਾਵਾ ਹੁੰਦਾ। ਹਾਲੇਲੂਇਆ। ਪਰ ਜਿਸ ਤਰ੍ਹਾਂ ਇੱਕ ਅੱਖ ਦੇ ਵਿੱਚੋਂ ਨਿਕਲਿਆ ਹੋਇਆ ਹੰਝੂ ਵਾਪਿਸ ਨਹੀਂ ਜਾਂਦਾ। ਹਾਲੇਲੂਇਆ। ਪਿਆ ਹੋਇਆ ਮੀਂਹ ਵਾਪਿਸ ਨਹੀਂ ਜਾਂਦਾ, ਉਸੇ ਤਰ੍ਹਾਂ ਜ਼ੁਬਾਨ ਦੇ ਵਿੱਚੋਂ ਨਿਕਲੀ ਹੋਈ ਗੱਲ ਕਦੇ ਵਾਪਿਸ ਨਹੀਂ ਆਉਂਦੀ। ਹਾਲੇਲੂਇਆ। ਇਸ ਕਰਕੇ ਕੀ ਆ ਪਰਮੇਸ਼ਰ ਦੇ ਵਚਨ ਨੂੰ ਹਮੇਸ਼ਾ ਕੀ ਆ ਯਾਦ ਰੱਖੋ। ਆਪਾਂ ਪੜਾਂਗੇ ਜ਼ਬੂਰ 71 ਅਧਿਆਇ 8 ਹੈ। ਜ਼ਬੂਰ 71 ਅਧਿਆਇ 8 ਹੈ। ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਸਾਰਾ ਦਿਨ ਭਰਿਆ ਰਹੇਗਾ। ਆਮੀਨ। ਹਾਲੇਲੂਇਆ। ਦਾਊਦ ਕੀ ਕਹਿੰਦਾ? ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਹਮੇਸ਼ਾ ਭਰਿਆ ਰਹੇਗਾ। ਹਾਲੇਲੂਇਆ। ਤੇਰੇ ਮਾਣ ਨਾਲ ਕੀ ਹਮੇਸ਼ਾ ਭਰਿਆ ਰਹੇਗਾ। ਬੋਲੋ ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਭਰਿਆ ਰਹੇ। ਹਾਲੇਲੂਇਆ। ਜਿਹੜਾ ਸਾਡਾ ਮੂੰਹ ਆ ਉਹ ਚੁਗਲੀਆਂ ਦੇ ਨਾਲ ਨਹੀਂ, ਤਾਨਿਆਂ ਦੇ ਨਾਲ ਨਹੀਂ, ਬਕਵਾਸ ਦੇ ਨਾਲ ਨਹੀਂ, ਮਖੌਲ ਦੇ ਨਾਲ ਨਹੀਂ, ਗਾਲਾਂ ਦੇ ਨਾਲ ਨਹੀਂ, ਦੂਜਿਆਂ ਨੂੰ ਠੋਕਰ ਲਗਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ, ਬਲਕਿ ਪਰਮੇਸ਼ਰ ਦੀ ਉਸਤਤ ਅਤੇ ਉਹਦੇ ਮਾਣ ਦੇ ਨਾਲ ਭਰਿਆ ਰਹੇਗਾ। ਹਾਲੇਲੂਇਆ। 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 ਇਹਨਾਂ ਕੁਝ ਪਰਮੇਸ਼ਰ ਦਾ
ਕਿੰਨਾ ਤੇ ਆਏ ਉਹਦੀ 17 ਆਏ ਉਲਝੀਆਂ ਅਤੇ ਸਭ ਜੋ ਕੁਝ ਤੁਸੀਂ ਕਰੋ, ਭਾਵੇਂ ਬਚਨ ਭਾਵੇਂ ਕਰਮ, ਸਭੋ ਹੀ ਪ੍ਰਭੂ ਯਿਸੂ ਦੇ ਨਾਮ ਉੱਤੇ ਕਰੋ, ਔਰ ਉਹਦੇ ਰਾਹੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ। ਹਾਲੇਲੂਇਆ। ਜੋ ਕੁਝ ਵੀ ਤੁਸੀਂ ਕਰੋ, ਭਾਵੇਂ ਉਹ ਵਚਨ ਹੋਵੇ ਭਾਵੇਂ ਉਹ ਕਰਮ ਹੋਵੇ, ਉਹ ਕੀ ਆ? ਪ੍ਰਭੂ ਦੇ ਨਾਮ ਦੇ ਵਿੱਚ ਹੋਣਾ ਚਾਹੀਦਾ। ਹਾਲੇਲੂਇਆ। ਪ੍ਰਭੂ ਦੇ ਨਾਮ ਦੇ ਵਿੱਚ ਕੀ ਆ? ਹੋਣਾ ਚਾਹੀਦਾ। ਤੁਹਾਡਾ ਵਚਨ ਤੁਸੀਂ ਕੀ ਬੋਲਦੇ ਹੋ, ਹਾਲੇਲੂਇਆ, ਉਹ ਵੀ ਕੀ ਆ? ਪਰਮੇਸ਼ਰ ਦੇ ਨਾਮ ਦੇ ਵਿੱਚ ਹੋਣਾ ਚਾਹੀਦਾ। ਉਹਦੇ ਦੁਆਰਾ ਕੀ ਆ? ਲੋਕ ਕੀ ਆ? ਉન્નਤੀ ਨੂੰ ਪਾਉਣ, ਉਹਦੇ ਦੁਆਰਾ ਲੋਕ ਕਿਰਪਾ ਨੂੰ ਪਾਉਣ। ਹਾਲੇਲੂਇਆ। ਨਾ ਕਿ ਦੁੱਖ ਨੂੰ ਪਾਉਣ, ਨਾ ਕਿ ਦਰਦ ਨੂੰ ਪਾਉਣ। ਹਾਲੇਲੂਇਆ। ਹਾਲੇਲੂਇਆ। ਜਿਸ ਤਰ੍ਹਾਂ ਇੱਕ ਔਰਤ ਸੀਗੀ, ਉਹ ਕੀ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀਗੀ। ਜਦੋਂ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ, ਉਹ ਜਹਾਜ਼ ਦੇ ਵਿੱਚ ਚੜ੍ਹ ਗਈ। ਜਦੋਂ ਜਹਾਜ਼ ਦੇ ਵਿੱਚ ਚੜ੍ਹ ਗਈ, ਅੱਗੇ 에ਅਰ ਹੋਸਟਸ ਖੜੀ ਸੀਗੀ ਤੇ ਉਹਨੇ ਟਿਕਟ ਦਿਖਾਈ ਵੀ ਮੇਰੀ ਸੀਟ ਕਿੱਥੇ ਹੈ, ਮੈਨੂੰ ਦੱਸੋ। ਤੇ ਉਹ ਕਹਿੰਦੀ ਵੀ ਮੈਮ ਤੁਹਾਡੀ ਸੀਟ ਉਹ ਤੁਸੀਂ ਜਾ ਕੇ ਬੈਠ ਜਾਓ। ਤੇ ਜਾ ਕੇ ਬੈਠ ਗਈ। ਜਿਹੜੀ ਉਹ ਔਰਤ ਸੀਗੀ ਜਿਹਨੇ ਸਫ਼ਰ ਕਰਨਾ ਸੀ, ਉਹ ਬਹੁਤ ਸੋਹਣੀ ਸੀਗੀ ਤੇ ਸਾਰੇ ਉਹਦੇ ਵੱਲ ਦੇਖ ਕੇ ਬਹੁਤ ਕੀ ਆ? ਖੁਸ਼ੀ ਦੇ ਨਾਲ ਭਰ ਕੇ ਵੀ ਇਹ ਕਿੰਨੀ ਸੋਹਣੀ ਆ। ਹਾਲੇਲੂਇਆ। ਮੇਰਾ ਚਿਹਰਾ ਕਿੰਨਾ ਸੋਹਣਾ ਹੈ। ਸਾਰੇ ਉਹਦੇ ਬਾਰੇ ਗੱਲਾਂ ਕਰਨ ਲੱਗੇ ਤੇ ਅੱਧੇ ਸੋਚਦੇ ਸੀ ਕਿ ਸ਼ਾਇਦ ਮੇਰੇ ਨਾਲ ਬੈਠ ਜਾਵੇ। ਹਾਲੇਲੂਇਆ। ਤੇ ਉਸ ਤੋਂ ਬਾਅਦ ਕੀ ਹੋਇਆ? ਤਾਂ ਜਦੋਂ ਜਿਹੜੀ ਉਹਦੀ ਸੀਟ ਸੀਗੀ, ਉਹ ਇੱਕ ਅਜਿਹੇ ਇਨਸਾਨ ਨਾਲ ਲੱਗ ਗਈ ਵੀ ਜਿਹਦੇ ਦੋਵੇਂ ਹੱਥ ਕੀ ਸੀਗੇ? ਵੱਡੇ ਹੋਏ ਸੀਗੇ। ਉਹਦੇ ਦੋਵੇਂ ਹੱਥ ਨਹੀਂ ਸੀਗੇ। ਜਦੋਂ ਉਹ ਔਰਤ ਉਹਦੇ ਨਾਲ ਜਾ ਕੇ ਬੈਠ ਗਈ ਤਾਂ ਜਿਹੜੀ ਉਹ ਔਰਤ ਸੀਗੀ, ਉਹਦਾ ਅਸਲੀ ਰੂਪ ਸਾਹਮਣੇ ਆਇਆ। ਤਾਂ ਉਹ ਜਿਹੜੀ ਔਰਤ ਸੀਗੀ ਉੱਠ ਕੇ ਖੜੀ ਹੋ ਗਈ। ਇੱਕੋ ਲੱਤ ਕੀ ਆ? ਪੂਰੀ ਅੱਗ ਬਬੂਲਾ ਹੋ ਗਈ ਵੀ ਮੈਨੂੰ ਕਿਹਦੇ ਨਾਲ ਬਿਠਾਤਾ। ਹਾਲੇਲੂਇਆ। ਵੀ ਤਾਂ ਦੋਵੇਂ ਹੱਥ ਹੀ ਨਹੀਂ ਹੈਗੇ। ਉਹ ਇਨਸਾਨ ਕੀ ਉਹਦੇ ਵੱਲ ਦੇਖ ਕੇ ਸਮਾਈਲ ਕਰਦਾ, ਉਹਨੂੰ ਆਦਰ ਦਿੰਦਾ, ਰਿਸਪੈਕਟ ਦਿੰਦਾ, ਪਰ ਉਹਨੂੰ ਕੋਈ ਰਿਸਪੈਕਟ ਨਹੀਂ ਦਿੰਦੀ। ਉੱਠ ਕੇ ਖੜੀ ਹੋ ਜਾਂਦੀ ਆ, ਜਾ ਕੇ 에ਅਰ ਹੋਸਟਸ ਕੋਲ ਜਾਂਦੀ ਆ, ਕਹਿੰਦੀ ਵੀ ਮੇਰੀ ਸੀਟ ਚੇਂਜ ਕਰੋ, ਵੀ ਮੈਂ ਇਹਦੇ ਨਾਲ ਕਿਵੇਂ ਬੈਠੂੰਗੀ, ਮੈਂ ਸਫ਼ਰ ਕਰਨਾ ਹੈ। ਵੀ ਇਹ ਤਾਂ ਦੋਵੇਂ ਹੱਥ ਹੀ ਨਹੀਂ ਹੈਗੇ। ਕਿੰਨੀ ਉਹਦੀ ਸੋਚ ਕਿੰਨੀ ਗੰਦੀ ਸੀ। ਹਾਲੇਲੂਇਆ। ਉਹ ਕੀ ਕਹਿੰਦੀ ਵੀ ਮੈਂ ਤਾਂ ਇਹਦਾ ਬੈਠ ਨਹੀਂ ਸਕਦੀ, ਮੇਰੀ ਸੀਟ ਚੇਂਜ ਕਰੋ। ਜਾ ਕੇ ਉਹ 에ਅਰ ਹੋਸਟਸ ਨਾਲ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਪੇਸ਼ ਹੁੰਦੀ ਆ। ਤਾਂ ਜਿਹੜੀ ਉਹ 에ਅਰ ਹੋਸਟਸ ਹੁੰਦੀ ਆ, ਉਹਨੂੰ ਕਹਿੰਦੀ ਆ ਵੀ ਕੋਈ ਗੱਲ ਨਹੀਂ ਮੈਮ, ਤੁਸੀਂ ਬੈਠੋ, ਵੀ ਅਸੀਂ ਦੇਖਦੇ ਹਾਂ ਕੋਈ ਹੋਰ ਸੀਟ ਖਾਲੀ ਆ ਤਾਂ ਅਸੀਂ ਤੁਹਾਡੀ ਸੀਟ ਚੇਂਜ ਕਰ ਦਿੰਦੇ ਹਾਂ। ਤਾਂ ਜਦੋਂ ਉਹ ਜਿਹੜੀ 에ਅਰ ਹੋਸਟਸ ਆ VIP ਰੂਮ ਦੇ ਵਿੱਚ ਜਾਂਦੀ ਆ, ਇੱਕ VIP ਰੂਮ ਹੁੰਦਾ ਜਹਾਜ਼ ਦੇ ਵਿੱਚ, ਜਿਹਦੇ ਵਿੱਚ ਕੀ ਆ? ਕੋਈ ਲੀਡਰ ਹੋਵੇ ਜਾਂ ਕੋਈ ਵੀ ਹੋਵੇ, ਉਹ ਉਹਦੇ ਵਿੱਚ ਬੈਠ ਸਕਦਾ। ਤਾਂ ਉਹ ਕਹਿੰਦੀ ਵੀ ਹਾਂ ਵੀ ਇੱਕ ਹੈਗੀ ਆ ਵੀ VIP ਰੂਮ ਦੇ ਵਿੱਚ ਤੁਸੀਂ ਜਾ ਸਕਦੇ ਹੋ, ਸੈਂਟਰ ਦੇ ਵਿੱਚ ਵੀ ਉੱਥੇ ਇੱਕ ਜਗ੍ਹਾ ਖਾਲੀ ਆ। ਉਹ ਕੀ ਕਰਦੀ ਆ? ਉਹ ਔਰਤ ਨੂੰ ਲੈ ਕੇ ਜਾਣ ਦੀ ਬਜਾਏ ਜਿਹਦੇ ਹੱਥ ਵੱਡੇ ਹੁੰਦੇ ਆ, ਉਹਨੂੰ ਕਹਿੰਦੀ ਵੀ ਸਰ ਤੁਸੀਂ ਆਓ ਵੀ VIP ਰੂਮ ਦੇ ਵਿੱਚ ਬੈਠ ਜਾਓ, ਵੀ ਇਹ ਔਰਤ ਤੁਹਾਡਾ ਬੈਠਣਾ ਨਹੀਂ ਚਾਹੁੰਦੀ। ਤੇ ਜਿਹੜੀ ਔਰਤ ਹੁੰਦੀ ਉਹ ਸੋਚਦੀ ਆ ਵੀ ਕਿਹਾ ਤਾਂ ਮੈਂ ਸੀ ਵੀ ਮੇਰੀ ਸੀਟ ਚੇਂਜ ਕਰ ਦਿਓ, ਵੀ ਕਹਿ ਇਹਨੂੰ ਰਹੀ ਆ ਵੀ ਤੁਸੀਂ VIP ਰੂਮ ਦੇ ਵਿੱਚ ਚੱਲੋ, ਵੀ ਕੀ ਗੱਲ ਆ। ਤਾਂ ਉਹ ਇਨਸਾਨ ਉੱਠ ਕੇ ਉਹਨੂੰ ਬੋਲਿਆ ਵੀ ਮੈਂ ਤਾਂ VIP ਰੂਮ ਦੇ ਵਿੱਚ ਚਲਿਆ ਜਾਣਾ, ਵੀ ਮੈਂ ਤੁਹਾਡੀ ਰਿਸਪੈਕਟ ਵੀ ਕਰਦਾ ਏ। ਉਹ ਜਿਹੜੀ ਔਰਤ ਸੋਹਣੀ ਹੁੰਦੀ ਆ ਉਹਨੂੰ ਕਹਿੰਦਾ ਮੈਂ ਇੱਕ ਕੀ ਆ? ਮੈਂ ਸਿਪਾਹੀ ਆ। ਹਾਲੇਲੂਇਆ। ਮੈਂ ਆਰਮੀ ਦੇ ਵਿੱਚ ਸੀਗਾ। ਮੈਂ ਜਦੋਂ ਯੁੱਧ ਹੋਇਆ, ਮੇਰੀਆਂ ਕਿਸੇ ਕਾਰਨ ਕਰਕੇ ਮੇਰੀਆਂ ਦੋਵੇਂ ਬਾਹਾਂ ਕੀਆਂ ਵੱਡੀਆਂ ਗਈਆਂ। ਹਾਲੇਲੂਇਆ। ਕਿਸੇ ਕਾਰਨ ਕਰਕੇ ਮੇਰੀਆਂ ਜਿਹੜੇ ਦੋਵੇਂ ਬਾਹਾਂ ਕੀਆਂ ਉਹ ਵੱਡੀਆਂ ਗਈਆਂ, ਪਰ ਮੈਨੂੰ ਉਸ ਸਮੇਂ ਦੁੱਖ ਨਹੀਂ ਹੋਇਆ, ਕਿਉਂਕਿ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਦੇਸ਼ ਦੇ ਲਈ ਕੀ ਆ? ਕੋਈ ਕੁਰਬਾਨੀ ਕੀਤੀ ਆ। ਪਰ ਅੱਜ ਮੈਨੂੰ ਬਹੁਤ ਦੁੱਖ ਹੋ ਰਿਹਾ। ਹਾਲੇਲੂਇਆ। ਅੱਜ ਮੈਨੂੰ ਕੀ ਬਹੁਤ ਦੁੱਖ ਹੋ ਰਿਹਾ, ਤੁਹਾਡੀ ਜ਼ੁਬਾਨ ਤੋਂ, ਤੁਹਾਡੀ ਬੋਲੀ ਤੋਂ, ਤੁਹਾਡੀ ਸੋਚ ਤੋਂ ਅੱਜ ਮੈਨੂੰ ਕੀ ਬਹੁਤ ਦੁੱਖ ਹੋ ਰਿਹਾ। ਹਾਲੇਲੂਇਆ। ਉਹ ਇਨਸਾਨ ਇਹ ਚੀਜ਼ ਕਹਿ ਕੇ ਕੀ ਆ? VIP ਰੂਮ ਦੇ ਵਿੱਚ ਚਲਿਆ ਜਾਂਦਾ ਤੇ ਉਹ ਜਿਹੜੀ ਔਰਤ ਆ ਉਸ ਜਗ੍ਹਾ ਤੇ ਬੈਠੀ ਰਹਿ ਜਾਂਦੀ ਆ। ਤੇ ਜਿਹੜੇ ਇਨਸਾਨ ਉਹਦੇ ਸੋਹਣੇਪਨ ਦੀ ਗੱਲਾਂ ਕਰ ਰਹੇ ਸੀ, ਉਹ ਇਨਸਾਨ ਉਹਦੀ ਬੋਲੀ ਦੀਆਂ ਗੱਲਾਂ ਕਰ ਰਿਹਾ ਵੀ ਕਿਸ ਤਰ੍ਹਾਂ ਬੋਲਦੀ ਆ। ਹਾਲੇਲੂਇਆ। ਇਹਨੇ ਕੀ ਸੋਚ ਕੇ ਬੋਲਿਆ। ਹਾਲੇਲੂਇਆ। ਤੁਹਾਡੀ ਜਿਹੜੀ ਜ਼ੁਬਾਨ ਆ, ਜਿਹੜੀ ਤੁਹਾਡੀ ਬੋਲੀ ਆ, ਉਹ ਤੁਹਾਡੇ ਫਿਊਚਰ ਨੂੰ ਤੈਅ ਕਰਦੀ ਆ। ਹਾਲੇਲੂਇਆ। ਤੁਹਾਡੇ ਭਵਿੱਖ ਨੂੰ ਤੈਅ ਕਰਦੀ ਆ ਕਿ ਤੁਸੀਂ ਆਪਣੇ ਭਵਿੱਖ ਦੇ ਵਿੱਚ ਬਰਕਤ ਨੂੰ ਪਾਓਗੇ ਜਾਂ ਸ਼ਰਾਬ ਨੂੰ ਪਾਓਗੇ। ਹਾਲੇਲੂਇਆ। ਹੁਣ ਉਹਦੇ ਕਿਸੇ ਸੋਹਣੇਪਨ ਦੀਆਂ ਗੱਲਾਂ ਨਹੀਂ ਹੋ ਰਹੀਆਂ, ਹੁਣ ਕੋਈ ਇਨਸਾਨ ਉਹਨਾਂ ਬੈਠਣ ਲਈ ਤਿਆਰ ਨਹੀਂ ਆ। ਹਾਲੇਲੂਇਆ। ਇਸ ਤਰ੍ਹਾਂ ਤੁਹਾਡਾ ਜੀਵਨ ਆ, ਜੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ, ਆਪਣੇ ਮਨ ਦੇ ਖਜ਼ਾਨੇ ਦੇ ਵਿੱਚੋਂ, ਚੰਗੇ ਖਜ਼ਾਨੇ ਦੇ ਵਿੱਚੋਂ ਚੰਗੀਆਂ ਗੱਲਾਂ ਨੂੰ ਕੱਢੋਗੇ ਤਾਂ ਪਰਮੇਸ਼ਰ ਤੁਹਾਡੇ ਲਈ ਅੱਗੇ ਹੋ ਕੇ ਬੋਲਣਗੇ। ਹਾਲੇਲੂਇਆ। ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਕੀ ਆ? ਪਰਮੇਸ਼ਰ ਦੇ ਸਾਹਮਣੇ ਬਹੁਤ ਕੁਝ ਬੋਲਦੇ ਹੋ ਕਿ ਪ੍ਰਭੂ ਮੈਨੂੰ ਬਰਕਤ ਦੇ, ਮੈਨੂੰ ਆਸ਼ੀਸ਼ ਦੇ, ਮੈਨੂੰ ਆਹ ਕਰ, ਮੈਂ ਖੁਸ਼ ਹੋਵਾਂ। ਪਰ ਪਰਮੇਸ਼ਰ ਦੇ ਵਚਨ 'ਚ ਲਿਖਿਆ ਵੀ ਤੁਸੀਂ ਤਦੋਂ ਹੀ ਆਸ਼ੀਸ਼ ਹੋਵੋਗੇ ਜਦੋਂ ਤੁਸੀਂ ਇੱਕ ਦੂਜੇ ਨੂੰ ਕੀ ਆਸ਼ੀਸ਼ ਦਵੋਗੇ। ਹਾਲੇਲੂਇਆ। ਜਦੋਂ ਆਸ਼ੀਸ਼ ਨੂੰ ਬੀਜੋਗੇ ਤਾਂ ਆਉਣ ਵਾਲੇ ਦਿਨਾਂ 'ਚ ਆਸ਼ੀਸ਼ ਨੂੰ ਵੱਢੋਗੇ। ਜਦੋਂ ਕਿਸੇ ਨੂੰ
ਹਾਲੇਲੂਇਆ। ਕਿਉਂਕਿ ਇੱਕ ਮੂੰਹ ਦੇ ਵਿੱਚੋਂ ਆਰਾਧਨਾ ਤੇ ਇੱਕ ਮੂੰਹ ਦੇ ਵਿੱਚੋਂ ਫਿਟਕਾਰ ਨਹੀਂ ਨਿਕਲ ਸਕਦੀ। ਉਸ ਸਮੇਂ ਤੁਸੀਂ ਕਹੋਗੇ ਪ੍ਰਭੂ ਮੈਂ ਬੜਾ ਹਾਲੇਲੂਇਆ ਬੋਲਿਆ ਉੱਚੀ ਦੇਣੇ ਹਾਲੇਲੂਇਆ, ਪਰ ਅੱਜ ਮੈਂ ਸਵਰਗ ਦੇ ਵਿੱਚ ਕਿਉਂ ਨਹੀਂ ਜਾ ਸਕਦਾ? ਪ੍ਰਭੂ ਨੇ ਕਹਿਣਾ ਮੈਂ ਤੈਨੂੰ ਨਹੀਂ ਜਾਣਦਾ, ਤੂੰ ਕੌਣ ਆ? ਹਾਲੇਲੂਇਆ। ਉਸ ਜਗ੍ਹਾ ਤੁਸੀਂ ਕਹੋਗੇ ਪ੍ਰਭੂ ਮੈਂ ਬਹੁਤ ਆਰਾਧਨਾ ਕਰਦਾ ਸੀ, ਬਹੁਤ ਮੈਂ ਆਰਾਧਨਾ ਕਰਦੀ ਸੀ, ਪ੍ਰਭੂ ਵਚਨ ਸੁਣਾਉਂਦੀ ਸੀ ਹਾਲੇਲੂਇਆ, ਇਹ ਕਿਉਂ ਆ? ਪ੍ਰਭੂ ਨੇ ਕਹਿਣਾ ਮੈਂ ਤੈਨੂੰ ਨਹੀਂ ਜਾਣਦਾ। ਕਿਉਂਕਿ ਜਿਹੜੀ ਤੇਰੀ ਰੀਅਲ ਲਾਈਫ ਸੀ, ਤੇਰੀ ਪ੍ਰੈਕਟੀਕਲ ਲਾਈਫ ਸੀ, ਉਹਦੇ ਦੁਆਰਾ ਕਿਸੇ ਨੂੰ ਆਸ਼ੀਸ਼ ਨਹੀਂ ਮਿਲੀ। ਜਦੋਂ ਤੇਰਾ ਮੂੰਹ ਖੁੱਲਦਾ ਸੀ ਚਰਚ ਦੇ ਵਿੱਚ ਆਰਾਧਨਾ ਦੇ ਲਈ ਖੁੱਲਦਾ ਸੀ, ਪਰ ਤੇਰੇ ਗੁਆਂਢੀ ਦੇ ਲਈ, ਤੇਰੇ ਦੋਸਤ ਦੇ ਲਈ ਤੇਰਾ ਮੂੰਹ ਸਿਰਫ ਤਾਨੇ ਦੇ ਲਈ ਖੁੱਲਦਾ ਸੀ, ਚੁਗਲੀ ਦੇ ਲਈ ਖੁੱਲਦਾ ਸੀ। ਹਾਲੇਲੂਇਆ ਹਾਲੇਲੂਇਆ। ਅੱਜ ਕਿੰਨੇ ਜਣੋਂ